ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਮਤੇ ਗੁਰਮਤੇ ਅਤੇ ਹੁਕਮਨਾਮੇ ਪ੍ਰੋਗਰਾਮ ਦੇ ਵਿੱਚ ਮਤੇ ਗੁਰਮਤੇ ਅਤੇ ਹੁਕਮਨਾਮੇ ਇਹ ਤਿੰਨ ਲਫ਼ਜ਼ ਸਾਡੀ ਜ਼ਿੰਦਗੀ ਦਾ ਆਧਾਰ ਹੈ। ਇਹ ਬੁਨਿਆਦੀ ਚੀਜ਼ਾਂ ਹਨ ਜਿਹੜੀਆਂ ਸਾਡੀ ਹੋਣੀ ਨੂੰ ਨਿਰਧਾਰਿਤ ਕਰਦੀਆਂ ਹਨ। ਇਹਨਾਂ ਦੇ ਨਾਲ ਜਿੰਨੀ ਕੁ ਸਾਡੀ ਪਕੜ ਹੋਏਗੀ, ਜਿੰਨਾ ਕੁ ਇਸ 'ਤੇ ਅਮਲ ਹੋਏਗਾ, ਜਿੰਨਾ ਕੁ ਅਸੀਂ ਉਸ ਦੇ ਉੱਤੇ ਧਿਆਨ ਦੇਵਾਂਗੇ, ਸਾਡਾ ਭਵਿੱਖ ਉਜਵਲ ਹੈ। ਪਰ ਉਸ ਤੋਂ ਪਹਿਲੀ ਸ਼ਰਤ ਹੈ ਸਾਨੂੰ ਉਹਨਾਂ ਬਾਰੇ ਇਲਮ ਤਾਂ ਹੋਣਾ ਚਾਹੀਦਾ। ਮੰਨਣ ਦੀ ਗੱਲ ਬਾਅਦ ਵਿੱਚ ਆਏਗੀ, ਅਮਲ ਕਰਨ ਦੀ ਗੱਲ ਬਾਅਦ ਵਿੱਚ ਆਏਗੀ। ਸਭ ਤੋਂ ਪਹਿਲੀ ਗੱਲ ਤਾਂ ਹੈ ਉਹ ਹੈ ਕਿ ਗੁਰੂ ਸਾਹਿਬ ਨੇ ਆਪਣੇ ਹਯਾਤੀ ਦੇ ਵਿੱਚ, ਆਪਣੇ ਜੀਵਨ ਕਾਲ ਦੇ ਵਿੱਚ, ਇਸ ਦੁਨਿਆਵੀ ਸਫ਼ਰ ਦੇ ਵਿੱਚ ਲਿਖਤੀ ਤੌਰ 'ਤੇ ਵੀ ਔਰ ਵੈਸੇ ਵੀ ਹੁਕਮ ਜਾਰੀ ਕੀਤੇ। ਸੀਨਾ ਬਸੀਨਾ ਉਹ ਸਾਡੇ ਤੱਕ ਚਲੇ ਆ ਰਹੇ ਹਨ। ਪਰ ਗੁਰੂ ਸਾਹਿਬ ਨੇ ਇਸ ਇਲਾਹੀ ਹੁਕਮ ਨੂੰ, ਇਸ ਇਲਾਹੀ ਵੇਗ ਨੂੰ, ਇਸ ਇਲਾਹੀ ਪੰਥ ਨੂੰ ਸਦੀਵੀ ਰੱਖਣ ਲਈ ਉਹਨਾਂ ਨੇ ਗੁਰੂ ਪੰਥ ਨੂੰ ਗੁਰੂ ਪੰਥ ਦਾ ਰੁਤਬਾ ਦੇ ਕੇ ਉਸ ਨੂੰ ਹੁਕਮ ਜਾਰੀ ਕਰਨ ਦੀ ਜਾਂਚ ਵੀ ਦੱਸੀ, ਉਸ ਨੂੰ ਅਧਿਕਾਰ ਵੀ ਦਿੱਤੇ। ਸਮੇਂ-ਸਮੇਂ ਸਿਰ ਅਸੀਂ ਆਪ ਨੂੰ ਉਹਨਾਂ ਗੁਰੂ ਸਾਹਿਬ ਦੇ ਪਾਵਨ ਹੁਕਮਨਾਮਿਆਂ ਦੇ ਦੀਦਾਰ ਔਰ ਦਰਸ਼ਨ ਕਰਾਉਂਦੇ ਰਹੇ ਹਾਂ। ਪੰਥ ਵੱਲੋਂ ਪਾਸ ਕੀਤੇ ਗਏ ਸਮੇਂ-ਸਮੇਂ ਦੇ ਉੱਤੇ ਉਹ ਹੁਕਮ ਅਤੇ ਹੁਕਮਨਾਮੇ ਵੀ ਆਪ ਦੀ ਨਜ਼ਰ ਕਰਦੇ ਰਹੇ ਹਾਂ। ਇਸ ਸਾਰੇ ਵਰਤਾਰੇ ਦਾ ਕੇਂਦਰ ਬਿੰਦੂ, ਇਸ ਸਾਰੇ ਵਰਤਾਰੇ ਦਾ ਤੁਰਾ, ਇਸ ਸਾਰੇ ਦਾ ਸਰੋਤ ਸ੍ਰੀ ਅਕਾਲ ਤਖਤ ਸਾਹਿਬ ਹੈ, ਜੋ ਸਾਡੀ ਪ੍ਰਭੂ ਸੱਤਾ, ਸਾਡੀ ਖੁਦ ਮੁਖਤਿਆਰੀ, ਸਾਡੀ ਆਜ਼ਾਦੀ, ਉਹ ਦੋ ਨਿਸ਼ਾਨ ਜੋ ਉੱਤੇ ਝੂਲ ਰਹੇ ਹਨ, ਸ੍ਰੀ ਅਕਾਲ ਤਖਤ ਸਾਹਿਬ ਔਰ ਹਰਿਮੰਦਰ ਸਾਹਿਬ ਦੇ ਵਿਚਕਾਰ, ਉਹ ਇਸ ਚੀਜ਼ ਦਾ ਐਲਾਨ ਹੈ ਕਿ ਖਾਲਸਾ ਆਜ਼ਾਦ ਹੈ। ਇਸ ਨੂੰ ਦੁਨੀਆ ਦੀ ਕੋਈ ਤਾਕਤ ਆਪਣੇ ਅਧੀਨ ਨਹੀਂ ਕਰ ਸਕਦੀ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਜਿੱਥੇ ਵੀ ਖਾਲਸਾ ਹੈ, ਉਹ ਇਹਨਾਂ ਨਿਸ਼ਾਨ ਸਾਹਿਬਾਂ ਦੇ, ਉਹਨਾਂ ਦੇ ਅਧੀਨ ਹੈ, ਉਹਨਾਂ ਦੀ ਛਤਰ ਛਾਇਆ ਹੇਠ ਹੈ। ਸ੍ਰੀ ਅਕਾਲ ਤਖਤ ਸਾਹਿਬ ਦਾ ਰੁਤਬਾ, ਸ੍ਰੀ ਅਕਾਲ ਤਖਤ ਸਾਹਿਬ ਦੀ ਬੁਲੰਦੀ ਕੌਮ ਦੀ ਬੁਲੰਦੀ ਦਾ ਪੈਮਾਨਾ ਹੈ। ਅੱਜ ਅਸੀਂ ਕੋਸ਼ਿਸ਼ ਕਰਾਂਗੇ ਇੱਕ ਬਹੁਤ ਹੀ ਜਿਹੜਾ ਸਾਡਾ ਬੁਨਿਆਦੀ ਸਰੋਤ ਹੈ, ਹੁਕਮਨਾਮੇ, ਮਤੇ, ਗੁਰਮਤੇ, ਉਹਨਾਂ ਦੇ ਸਰੋਤ ਦੇ ਉੱਤੇ ਜੋ ਅੱਜ ਖਤਰਾ ਮੰਡਰਾਇਆ ਹੈ, ਉਸ ਦੇ ਬਾਰੇ ਆਪ ਨਾਲ ਜ਼ਰੂਰ ਕੋਸ਼ਿਸ਼ ਕਰਾਂਗੇ, ਉਹਦੇ 'ਤੇ ਗੱਲ ਕਰੀਏ। ਪਰ ਜਿਵੇਂ ਅਸੀਂ ਆਪ ਨਾਲ ਵਿਚਾਰ ਕਰਦੇ ਰਹੇ ਹਾਂ, ਇੱਕ ਮਤਾ, ਪੰਥ ਦਾ ਮਤਾ, ਜੋ ਕਿ 29 ਨਵੰਬਰ 2003 ਨੂੰ ਪਾਸ ਕੀਤਾ ਗਿਆ, ਉਹ ਅਸੀਂ ਆਪ ਦੀ ਨਜ਼ਰ ਕਰਨਾ ਚਾਹੁੰਦੇ ਹਾਂ। ਕਈ ਸਾਲਾਂ ਦੀ ਮਿਹਨਤ ਦੇ ਬਾਅਦ, ਕਾਫੀ ਜਦੋਜਹਿਦ ਦੇ ਬਾਅਦ ਆਖਰ ਸਰਕਾਰ ਨੇ ਸਿੱਖ ਦੀ ਪਛਾਣ ਮੰਨ ਲਈ ਕਿ ਸਿੱਖ ਕੌਣ ਹੈ। ਦਿੱਲੀ ਗੁਰਦੁਆਰਾ ਐਕਟ ਵਿੱਚ ਵੀ ਉਹ ਤਸਲੀਮ ਕੀਤਾ ਗਿਆ, ਪ੍ਰਵਾਨ ਕੀਤਾ ਗਿਆ। ਪਰ ਬਾਅਦ ਵਿੱਚ ਜਦੋਂ ਪੰਜਾਬ ਦੇ ਐਕਟ ਵਿੱਚ ਵੀ ਉਹ ਚੀਜ਼ ਲਾਗੂ ਹੋ ਗਈ, ਤਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਨਰਲ ਇਜਲਾਸ ਵਿੱਚ 20 ਨਵੰਬਰ 2003 ਨੂੰ ਪਾਸ ਕਰਕੇ ਇੱਕ ਮੰਗ ਕੀਤੀ ਗਈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਦਾ ਇਹ ਇਜਲਾਸ ਗੁਰਦੁਆਰਾ ਚੋਣ ਕਮਿਸ਼ਨ ਤੋਂ ਮੰਗ ਕਰਦਾ ਹੈ ਕਿ ਹੁਣ ਜਦ ਸਿੱਖ ਵੋਟਰ ਦੀ ਪਹਿਚਾਣ ਸਥਾਪਿਤ ਹੋ ਗਈ ਹੈ, ਤਾਂ ਨਿਕਟ ਭਵਿੱਖ ਵਿੱਚ ਹੋਣ ਵਾਲੀਆਂ ਆਮ ਚੋਣਾਂ ਵਿੱਚ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਗੈਰ ਕੇਸਾਧਾਰੀ ਵਿਅਕਤੀ ਵੋਟ ਦੀ ਵਰਤੋਂ ਨਾ ਕਰ ਸਕੇ। ਇਸ ਲਈ ਸੁਝਾਅ ਇਹ ਹੈ ਕਿ ਆਮ ਚੋਣਾਂ ਤੋਂ ਪਹਿਲਾਂ ਦੇਸ਼ ਦੇ ਚੋਣ ਕਮਿਸ਼ਨ ਵੱਲੋਂ ਤਿਆਰ ਕੀਤੇ ਵੋਟਰ ਸ਼ਨਾਖਤੀ ਕਾਰਡ ਦੀ ਤਰਜ਼ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਲਈ ਵੀ ਸਿੱਖ ਵੋਟਰਾਂ ਦੇ ਸ਼ਨਾਖਤੀ ਕਾਰਡ ਬਣਾਏ ਜਾਣ। 2004 ਵਿੱਚ ਚੋਣਾਂ ਹੋਈਆਂ, 2003 ਵਿੱਚ ਜਨਰਲ ਇਜਲਾਸ ਨੇ ਮਤਾ ਪਾਸ ਕੀਤਾ। ਪਰ ਜਿਹੜੀ ਚੀਜ਼ ਦੀ ਕਮੀ ਹੈ, ਮਤੇ ਤਾਂ ਪਾਸ ਹੋ ਜਾਂਦੇ ਹਨ, ਪਰ ਨਾ ਤਾਂ ਪੈਰਵਾਈ ਰਜਿਸਟਰ ਹੈ, ਨਾ ਹੀ ਕਾਰਵਾਈ ਰਜਿਸਟਰ ਹੈ, ਨਾ ਤਾਂ ਉਸ ਦੀ ਕੋਈ ਪਿੱਛੋਂ ਸਾਰ ਲੈਂਦਾ ਹੈ, ਔਰ ਉਹ ਕੇਵਲ ਕਾਗਜ਼ਾਂ ਦਾ ਸ਼ਿੰਗਾਰ ਹੋ ਕੇ ਰਹਿ ਜਾਂਦੇ ਹਨ ਔਰ ਇਤਿਹਾਸ ਦਾ ਇੱਕ ਵਰਕਾ ਬਣ ਜਾਂਦੇ ਹਨ। 2004 ਵਿੱਚ ਚੋਣਾਂ ਹੋਈਆਂ ਬਗੈਰ ਸ਼ਨਾਖਤੀ ਕਾਰਡ ਦੇ।
2009 ਵਿੱਚ ਅਗਲੀਆਂ ਚੋਣਾਂ ਹੋਣੀਆਂ ਸੀ। ਜ਼ਰੂਰਤ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਦੇ ਉੱਤੇ ਬਾਰ-ਬਾਰ ਕੁਝ ਕਾਰਵਾਈ ਕਰਦੀ, ਕੁਝ ਉਪਰਾਲਾ ਕਰਦੀ, ਪਰ ਉਹ ਚੀਜ਼ ਇੱਕ ਮਤਾ ਪਾਸ ਕਰ ਦਿੱਤਾ ਔਰ ਆਪਣਾ ਫਰਜ਼ ਪੂਰਾ ਹੋ ਗਿਆ। ਇਹ ਸਮਝ ਕੇ ਗੱਲ ਉੱਥੇ ਹੀ ਰਹਿ ਗਈ। ਹੁਣ ਫਿਰ ਜਦੋਂ ਮੰਗ ਉੱਠ ਰਹੀ ਹੈ, ਚੋਣਾਂ ਫਿਰ ਸਿਰ 'ਤੇ ਹਨ, ਫਿਰ ਮੰਗ ਕੀਤੀ ਜਾ ਰਹੀ ਹੈ ਕਿ ਸ਼ਨਾਖਤੀ ਕਾਰਡ, ਆਈਡੈਂਟੀਟੀ ਕਾਰਡ ਬਣਾਏ ਜਾਣ, ਪਰ ਇਹ ਵੀ ਇੱਕ ਕਿਸਮ ਦੀ ਮਹਿਜ਼ ਰਸਮ ਬਣ ਕੇ ਰਹਿ ਜਾਏਗੀ ਕਿ ਵਕਤ ਸਿਰ ਇੱਕ ਰੈਜ਼ੋਲੂਸ਼ਨ ਪਾਸ ਕਰ ਦਿਓ, ਇੱਕ ਰੈਜ਼ੋਲੂਸ਼ਨ ਹੋਰ ਪਾਸ ਕਰ ਦਿਓ, ਸਾਡੀ ਲਾਇਬ੍ਰੇਰੀ ਦਾ ਸਮਾਨ ਵਾਪਸ ਦੇ ਦਿਓ। ਸੋ ਇਹ ਬਹੁਤ ਹੀ ਗੰਭੀਰ ਹੈ। ਮਤੇ ਜ਼ਰੂਰ ਪਾਸ ਕੀਤੇ ਜਾਣ, ਪਰ ਜੇਕਰ ਉਹਨਾਂ ਦੇ ਉੱਤੇ ਅਮਲ ਹੋਣ ਲਈ ਕਿਸੇ ਦੇ ਸਿਰ ਜ਼ਿੰਮੇਵਾਰੀ ਵੀ ਫਿਕਸ ਕੀਤੀ ਜਾਏ, ਮੁਕਰਰ ਕੀਤੀ ਜਾਏ ਔਰ ਸਮਾਂ ਨਿਰਧਾਰਿਤ ਕੀਤਾ ਜਾਏ ਕਿਸ ਸਮੇਂ ਦੇ ਅੰਦਰ ਉਹ ਮਤਾ ਲਾਗੂ ਹੋਣਾ ਚਾਹੀਦਾ ਔਰ ਇੱਕ ਕਿਸਮ ਦੀ ਜਿਵੇਂ ਸਾਲਾਨਾ ਇੱਕ ਰਿਪੋਰਟ ਹੈ ਉਹ ਵੀ ਦੇਣੀ ਚਾਹੀਦੀ ਹੈ ਕਿ ਕਿਹੜਾ ਮਤਾ ਪਾਸ ਨਹੀਂ, ਅਮਲ ਵਿੱਚ ਨਹੀਂ ਲਿਆਂਦਾ ਗਿਆ ਅਤੇ ਕਿਉਂ ਨਹੀਂ ਲਿਆਂਦਾ ਜਾ ਸਕਿਆ ਜਾਂ ਉਸ ਦੇ ਲਈ ਕੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਅਸੀਂ ਕਿਸੇ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ, ਕਿਉਂਕਿ ਮਤੇ, ਗੁਰਮਤੇ ਅਤੇ ਹੁਕਮਨਾਮੇ ਉਹ ਕੁਝ ਦਸਤਾਵੇਜ਼ਾਂ ਦੀ ਵੀ ਗੱਲ ਹੈ, ਜਿਹੜਾ ਸਾਡਾ ਵਿਰਸਾ, ਜਿਹੜੀ ਸਾਡੀ ਵਿਰਾਸਤ, ਜਿਹੜਾ ਸਾਡਾ ਖਜ਼ਾਨਾ, ਜਿਹੜੀ ਸਾਡੀ ਧਰੋਹਰ ਹੈ ਔਰ ਜਿਸ ਦੀ ਕੋਈ ਕੀਮਤ ਨਹੀਂ ਲਗਾ ਸਕਦਾ, ਉਹ ਸਾਂਭ ਕੇ ਰੱਖਣਾ ਹਰ ਜ਼ਿੰਦਾ ਕੌਮ ਦਾ ਹੱਕ ਵੀ ਹੈ ਔਰ ਫਰਜ਼ ਵੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਕੌਮ ਦਾ ਵਡਮੁੱਲਾ ਔਰ ਬੇਸ਼ਕੀਮਤੀ ਖਜ਼ਾਨਾ ਉੱਥੇ ਦੇ ਤੋਸ਼ੇਖਾਨੇ ਦੇ ਵਿੱਚ ਸਾਂਭਿਆ ਪਿਆ ਸੀ। ਉਹਨਾਂ ਦੇ ਵਿੱਚ ਕਈ ਚੀਜ਼ਾਂ ਇਤਨੀਆਂ ਨਾਯਾਬ ਸਨ, ਇਤਨੀਆਂ ਕੀਮਤੀ ਹਨ ਕਿ ਜਿਹੜੀਆਂ ਦੁਨੀਆ ਦੇ ਵਿੱਚ ਕਿਧਰੇ ਵੀ ਨਜ਼ਰ ਨਹੀਂ ਆਉਂਦੀਆਂ। ਉਹਨਾਂ ਉਸ ਤੋਸ਼ੇਖਾਨੇ ਦੇ ਵਿੱਚ ਇੱਕ ਜੜਾਊ ਛਤਰ ਹੈ, ਇੱਕ ਸੁਨਹਿਰੀ ਛਤਰ ਹੈ। ਉੱਥੇ ਦੀ ਚਾਨਣੀ, ਉੱਥੇ ਦਾ ਚੰਦਨ ਦਾ ਚੌਰ ਜਿਹੜਾ 9 ਮਣ 14 ਸੇਰ ਦੀ ਲੱਕੜ ਨਾਲ ਤਿਆਰ ਕੀਤਾ ਗਿਆ ਔਰ ਹੋਰ ਵੀ ਜਿਹੜੀਆਂ ਕੀਮਤੀ ਚੀਜ਼ਾਂ ਹਨ, ਅਸੀਂ ਆਉਣ ਵਾਲੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਪਰ ਅੱਜ ਅਸੀਂ ਆਪ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਤੋਸ਼ੇਖਾਨੇ ਵਿੱਚ ਪਏ ਹੋਏ ਇੱਕ ਬਹੁਤ ਹੀ ਕੀਮਤੀ ਨਾਯਾਬ ਉਸ ਛਤਰ ਦੇ ਉੱਤੇ ਲੱਗੇ ਹੋਏ ਮੋਰ ਨੂੰ ਅਸੀਂ ਦਿਖਾਉਣਾ ਚਾਹਾਂਗੇ ਔਰ ਉਸ ਦੇ ਬਾਰੇ ਜਾਣਕਾਰੀ ਦੇਵਾਂਗੇ। ਪਰ ਉਸ ਤੋਂ ਬਾਅਦ, ਉਸ ਤੋਂ ਪਹਿਲੇ, ਜਿਵੇਂ ਅਸੀਂ ਆਪ ਨੂੰ ਦੱਸਿਆ ਹੈ ਕਿ ਸਾਡੀ ਵਿਰਾਸਤ, ਸਾਡਾ ਸਭ ਕੁਝ ਸ੍ਰੀ ਅਕਾਲ ਤਖਤ ਸਾਹਿਬ ਹੈ, ਸਾਡੀ ਜਿੰਦ ਜਾਨ ਹੈ, ਸਾਡੀ ਸਾਹ ਰਗ ਹੈ। ਉੱਥੇ ਦੀ ਚਰਨ ਧੂੜ, ਉੱਥੇ ਦੀ ਇੱਕ ਇੱਕ ਕਿਣਕਾ ਜਿਹੜਾ ਹੈ ਉਹ ਸਾਡੇ ਲਈ ਬੇਸ਼ਕੀਮਤੀ ਹੈ। ਅਸੀਂ ਇੱਕ ਵਕਫੇ ਦੇ ਬਾਅਦ ਮੁੜ ਹਾਜ਼ਰ ਹੁੰਦੇ ਹਾਂ ਔਰ ਇਸ ਦੇ ਬਾਰੇ ਆਪ ਨਾਲ ਵਿਸਥਾਰ ਸਹਿਤ ਗੱਲਬਾਤ ਕਰਾਂਗੇ। ਇੱਕ ਵਕਫਾ। ਹੈਲੋ, ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅਸੀਂ ਕੋਸ਼ਿਸ਼ ਕਰ ਰਹੇ ਸੀ ਲਾਈਨ ਦੇ ਉੱਤੇ ਸੰਪਰਕ ਕਰਨ ਦੀ, ਪਰ ਤਕਨੀਕੀ ਕਾਰਨ ਕਰਕੇ ਸਾਡੀ ਲਾਈਨ ਦਾ ਸੰਪਰਕ ਟੁੱਟ ਗਿਆ। ਕੋਸ਼ਿਸ਼ ਹੈ ਅਸੀਂ ਦੁਬਾਰਾ ਉਸ ਨੂੰ ਕਰੀਏ। ਅਸੀਂ ਗੱਲ ਕਰ ਰਹੇ ਸੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਰੇ, ਸ੍ਰੀ ਅਕਾਲ ਤਖਤ ਸਾਹਿਬ ਦੇ ਬਾਰੇ। ਸ੍ਰੀ ਅਕਾਲ ਤਖਤ ਸਾਹਿਬ ਔਰ ਹਰਿਮੰਦਰ ਸਾਹਿਬ ਇਹ ਦੋ ਪਵਿੱਤਰ ਪਾਵਨਤਮ ਅਸਥਾਨ ਹਨ ਜਿਹੜੇ ਇੱਕ ਦੂਸਰੇ ਦੇ ਪੂਰਕ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਹੋਂਦ ਔਰ ਉੱਥੇ ਤੋਸ਼ੇਖਾਨੇ ਦੇ ਵਿੱਚ ਪਈਆਂ ਹੋਈਆਂ ਉਹ ਕਮਾਲ ਦੀਆਂ ਔਰ ਕੀਮਤੀ ਨਾਯਾਬ ਜਿਹੜੀਆਂ ਚੀਜ਼ਾਂ ਹਨ, ਉਹਨਾਂ ਦੇ ਬਾਰੇ ਸਾਨੂੰ ਜ਼ਰੂਰ ਜਾਣਕਾਰੀ ਹੋਣੀ ਚਾਹੀਦੀ ਹੈ। ਦਰਅਸਲ ਕੱਲ੍ਹ ਦੀਆਂ ਅਕਾਲ ਤਖਤ ਸਾਹਿਬ ਦੇ ਬਾਰੇ ਅਸੀਂ ਚਾਹਾਂਗੇ ਤਸਵੀਰਾਂ ਰਾਹੀਂ ਉਹਨਾਂ ਨੂੰ ਆਪ ਨੂੰ ਜਾਣਕਾਰੀ ਦੇ ਸਕੀਏ ਕਿ ਜਿਹੜੀਆਂ ਤਸਵੀਰਾਂ ਅਕਾਲ ਤਖਤ ਸਾਹਿਬ ਦੀਆਂ ਹਨ ਉਹ ਅਸੀਂ ਆਪ ਨੂੰ ਦਿਖਾਣੀਆਂ ਚਾਹਾਂਗੇ। ਹੈਲੋ
हाँ जी, प्यारे दर्शकों, साडे ਲਈ बहुत ही माण और बहुत ही असी फखर महसूस कर रहे हाँ कि जिस पावन अस्थान की असी गल कर रहे सी वो है श्री अकाल तख्त साहिब। श्री अकाल तख्त साहिब गुरु हरगोबिंद साहब का वो स्थान है मीरी पीरी दे मालक का, जिस थां दे उत्तों उन्होंने कौम नूं अगवाई दिती, सारे राज करन दी जाच सिखाई। और वो स्थान ऐसा स्थान है दुनिया की कोई ताकत नहीं जिहड़ी उसके अगे ना चुकी होए। श्री अकाल तख्त साहब के अगे भावें शेरे पंजाब महाराजा रणजीत सिंह होण, भावें अकाली दल के प्रधान होण, भावें श्रोमणी कमेटी के प्रधान होण, देश का राष्ट्रपति होए, गृह मंत्री होए या जिहड़ा मर्जी होए, कोई ताकत इस तो उत्ते नहीं। पर ये एक ऐसा स्थान है जिहड़ा हमेशा हकूमतां दीयां नज़रां विच रड़कदा भी रहा और इसनूं तबाह करन दे हमेशा गोंदां भी गुंदियां गईयां। 1984 दे विच बहुत ही बेदर्दी ने नाल जदों इस अकाल तख्त साहब नूं ढाह ढेरी कर दिता गया, उस तो बाद सिंह साहिबान जिहड़े इस पावन स्थान दे खास करके जथेदार साहब जिहड़े इस दे कस्टोडियन हन, जिहड़े इस दी राखी दे जामन हन, उन्हां कोल अधिकार भी है, उन्हां कोल ताकत भी है और उन्हां दा फर्ज भी है कि इस स्थान की सर्वोच्चता नूं वो कायम रखण, उन्हां असूलों नूं कायम रखण। पर वो गुरु साहब दे पावन हत्थां नाल बणियां होईयां वो चीज़ां असीं बहुत ही बेदर्दी दे नाल असीं वो सारा कुछ ढा सुटिया। ठीक है, हमले दे नाल बहुत कुछ नुकसान होया, पर उस दे बाद सिंह साहिबान वालों निर्णय लिया गया कि नवीं बनाई जाण वाली इमारत नूं बिल्कुल उही रूप दिता जाएगा। पर बड़ी हैरानी हुई कि वो पहला रूप ना रख के शायद सानू अपनी समझ के उत्ते ज़्यादा भरोसा सी, उसका पूरा नक्शा चेंज हो गया। पर एक बहुत ही तसल्ली की गल सी कि जिहड़ा अकाल तख्त साहब का थड़ा साहब है, जिसनों गुरु हरगोबिंद साहब ने खुद तैयार करवाया सी, वो अजे भावें जख्मी हालत विच ही सही पर वो कायम सी। और उस दे उत्ते जिहड़ी मीनाकारी, जिहड़ा डिज़ाइन, वो साडी बहुत वड्डी कीमती चीज़ है। पर कल दियां खबरां 2 दिन पहले आईयां कि उस दे उत्ते भी उसनूं सोहना बनाउण लई, रिपेयर करन लई उहदे उत्ते भी पलस्तर कर दिता गया। पर एक तसल्ली की गल है, सिंह साहब जथेदार गुरबचन सिंह जी उन्होंने तुरंत दखल दे के इस चीज़ को रुकवाया। ये तसल्ली भी है, दुख भी है, अफसोस भी है। पर की ये हल है? कल नूं सिंह साहब उत्थे ना होंदे, वो बाहर होंदे, फिर की होना सी? इहदा मतलब इस दे पिछे किहड़ी ताकत काम करती है? क्यों ये साडे नाल असी अपने हत्थीं अपनी ही जड़ उखेड़न लई तैयार हाँ। सिंह साहब जथेदार गुरबचन सिंह जी साडे नाल लाइन ते हैं। सिंह साहब जी, जस पंजाबी दे दर्शकों वालों उन्हां दे रूबरू होण लई आप दा निघा स्वागत है। वाहिगुरू जी का खालसा, वाहिगुरू जी की फतेह। सिंह साहब जी, एक की मसला की है ते किवें होया ते क्यों होया जी? समय अनुसार इतिहास ਜਿਹੜੀਆਂ ਸਾਡੀਆਂ ਬਿਲਡਿੰਗਾਂ ਨੇ, ਇਤਿਹਾਸ ਵਸਤੂਆਂ ਨੇ ਜੀ, ਜਾਂ ਜਿਸ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੋਸ਼ੇਖਾਨੇ ਦੀਆਂ ਅਮੋਲਕ ਦੁਰਲੱਭ ਵਸਤੂਆਂ ਨੇ, ਉਹਨਾਂ ਦੇ ਦਰਸ਼ਨ ਕਰਵਾਉਂਦੇ ਰਹਿੰਦੇ ਜੀ। ਇਸ ਤਰ੍ਹਾਂ ਇਤਿਹਾਸ ਦੇ ਨਾਲ ਵੀ ਜੋੜਦੇ ਰਹਿੰਦੇ ਨੇ। ਇਹ ਗੱਲ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉਸ ਮਹਾਨ ਪਾਵਨ ਪਿੱਤਰ ਹਰੇ ਦੀ, ਜਿਸ ਨੂੰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ और बाबा बुढ़ा साहब जी के भाई गुरदास ने आप प्यार राज में हाथ लगायो, बुढ़े और गुरदास सुनायो के शब्दों के अनुसार जो 1984 के समय की दर्द सरकार ने साडे नाल बहुत ज़्यादा जागरूक करके सानू जलील करने वास्ते, साडे धार्मिक अस्थानों को निष्ठो नबूद करने वास्ते की चाल चली। और उस समय सचखंड श्री हरमंदर साहब जी को नहीं बख्शिया गया, जिससे समुची मानवता को सांझीवालता का उपदेश बख्शिश करता। सांझीवालता के वास्ते
ਉਸ ਨੂੰ ਸਤਿਗੁਰਾਂ ਨੇ 4 ਦਰਵਾਜ਼ੇ ਰੱਖ ਕੇ ਆਮ ਸੰਤਾਂ ਦੇ ਵਾਸਤੇ ਉਸ ਤੋਂ ਸ਼ਾਂਤੀ ਦਾ ਪੈਗਾਮ ਮਿਲਦਾ ਹੈ। ਉੱਥੇ ਵੀ ਗੋਲੀਆਂ ਨਾਲ ਸ਼ਰਨ ਕੀਤੇ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿੱਚ ਵੀ ਗੋਲੀਆਂ ਮਾਰੀਆਂ ਗਈਆਂ। ਉੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਤਹਿਤ ਕੀਤਾ ਗਿਆ ਜੀ। ਔਰ ਜਿਸ ਕਰਕੇ ਉਸ ਸਮੇਂ ਵੀ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਨਵੀਂ ਬਿਲਡਿੰਗ ਸੀ ਉਸ ਨੂੰ ਸਾਰ ਸੇਵਾ ਦੇ ਰਾਹੀਂ ਤਿਆਰ ਕੀਤਾ ਗਿਆ ਜੀ। ਔਰ ਜੋ ਕਰੋੜਾਂ ਅਰਬਾਂ ਰੁਪਏ ਖਰਚ ਕਰਕੇ ਬਿਲਡਿੰਗ ਤਿਆਰ ਕੀਤੀ, ਅਫਸੋਸ ਦੀ ਗੱਲ ਕਿ ਉਹ ਬਿਲਡਿੰਗ ਉਹਦੀਆਂ ਸਾਰੀਆਂ ਛੱਤਾਂ ਜਿਹੜੀਆਂ ਸੀ ਉਸੇ ਤਰ੍ਹਾਂ ਹੁੰਦੀਆਂ ਸੀ। ਲਗਾਇਆ ਹੋਇਆ ਸੋਨਾ 6 ਮਹੀਨੇ ਨਾ ਕਰ ਸਕਿਆ। ਬੜੀ ਤੋਂ ਦੁੱਖ ਦੀ ਗੱਲ ਜੀ। ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਤ ਬਾਬਾ ਜਗਤਾਰ ਜੀ ਕਾਰ ਸੇਵਾ ਗੁਰਧਾਮ ਸਾਹਿਬ ਵਾਲਿਆਂ ਨੂੰ ਸੇਵਾ ਦਿੱਤੀ। ਔਰ ਇਹ ਗੱਲ ਅਸੀਂ ਕਹਿਣੀ ਬਣਦੀ ਹੈ ਕਿ ਉਹਨਾਂ ਨੇ ਬਹੁਤ ਸ਼ਰਧਾ ਭਾਵਨਾ ਦੇ ਨਾਲ ਉਹਨਾਂ ਸ੍ਰੀ ਅਕਾਲ ਸਾਹਿਬ ਦੀ ਜਿਹੜੀ ਬਿਲਡਿੰਗ ਤਿਆਰ ਕੀਤੀ ਸੀ, ਭਾਵੇਂ ਉਹ ਪੁਰਾਣਾ ਨਕਸ਼ਾ ਨਹੀਂ ਦੇਖਿਆ ਰੱਖਿਆ ਗਿਆ, ਜਿਵੇਂ ਆਪ ਕਹਿ ਰਹੇ ਹੋ ਦੁੱਖ ਦੀ ਗੱਲ ਹੈ ਜੀ। ਉਸ ਨੂੰ ਬਿਲਕੁਲ ਉਸ ਚਾਹੀਦਾ ਸੀ ਜੋ ਪਹਿਲੇ ਸੀ ਜੀ। ਪਰ ਉਹਦੇ ਵਿੱਚ ਤਬਦੀਲੀ ਕੀਤੀ ਗਈ। ਗੁਰੂ ਜਾਣੇ ਕਾਰਨ ਹੈ, ਪਰ ਉਹਨਾਂ ਨੇ ਬਹੁਤ ਵਧੀਆ ਸੇਵਾ ਕਰਵਾ ਕੇ ਜਿਹੜੀਆਂ ਛੱਤਾਂ ਬਿਲਕੁਲ ਹੀ ਚੋਰੀਆਂ ਸੀ ਉਹਨਾਂ ਦੀ ਸੰਭਾਲ ਕੀਤੀ। ਹੁਣ ਬਿਲਕੁਲ ਠੀਕ ਨੇ ਜੀ। ਔਰ ਮਹਾਂਪੁਰਸ਼ ਆਪਣੇ ਅੱਗੇ ਜਿਹੜੇ ਸੇਵਾਦਾਰ ਰੱਖੇ ਹੁੰਦੇ ਨੇ ਉਹਨਾਂ ਨੂੰ ਸੇਵਾ ਕਰਨ ਵਾਸਤੇ ਦੇ ਜਾਂਦੇ ਨੇ ਜੀ। ਉਹ ਥੋੜਾ ਜਿਹਾ ਆਪਣੀ ਮਾਤਰੀ ਵਰਤ ਜਾਂਦੇ ਨੇ, ਜਿਸ ਕਰਕੇ ਉਹਨਾਂ ਨੇ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਵਿੱਤਰ ਅਸਥਾਨ ਖੜ੍ਹੇ ਦੇ ਉੱਤੇ ਉਸ ਸਮੇਂ ਪਲਸਤਰ ਲਾ ਦਿੱਤਾ। ਉਦਾਸ ਦਰਸ਼ਨ ਕਰਨ ਵਾਸਤੇ ਗਿਆ, ਬੜਾ ਦੁੱਖ ਹੋਇਆ ਕਿ ਇਹਨਾਂ ਨੇ ਬਹੁਤ ਬੁਰਾ ਕੀਤਾ ਕਿ ਦਾਸ ਨੇ ਉਸੇ ਵੀ ਰੋਕ ਦਿੱਤਾ ਉਹਨਾਂ ਨੂੰ ਜੀ। ਔਰ ਉਹਨਾਂ ਨੇ ਉਸੇ ਰੁਕ ਗਏ ਜੀ। ਵੱਡੇ ਮਹਾਂਪੁਰਸ਼ਾਂ ਨੂੰ ਬੁਲਾਇਆ, ਬਾਬਾ ਜਗਤਾਰ ਸਿੰਘ ਜੀ ਨੂੰ, ਐਡਮਿਰਲ ਸੀ ਗਿਆਨੀ ਗੋਬਿੰਦ ਸਿੰਘ ਜੀ, ਸਾਰਿਆਂ ਨੂੰ ਬੁਲਾ ਕੇ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤਾ ਕਿ ਜਿਹਦੇ ਤੇ ਗੋਲੇ ਵੱਜ ਕੇ ਇਸ ਪਾਵਨ ਅਸਥਾਨ ਦੀ ਜਿਹੜੀ ਕੁਛ ਸਮਾਜ ਦੇ ਵਿੱਚ ਡੈਮੇਜ ਹੋਏ ਨੇ ਉਹ ਕੇਵਲ ਉੱਥੇ ਅਸੀਂ ਮਸਾਲਾ ਭਰਤ ਦੀ ਮਜ਼ਬੂਤੀ ਕਰਨੀ ਹੈ। ਬਾਕੀ ਅਸੀਂ ਪਲਸਤਰ ਨਹੀਂ ਕਰਨਾ, ਇਸ ਨੂੰ ਇਸੇ ਤਰ੍ਹਾਂ ਸੰਭਾਲ ਕੇ ਕੈਮੀਕਲ ਲਗਾ ਕੇ ਜੀ ਰੱਖਣਾ ਤਾਂ ਕਿ ਸੰਗਤਾਂ ਦਰਸ਼ਨ ਕਰਨਗੀਆਂ ਜੀ। ਇਹ ਦਰਸ਼ਨ ਇੱਦਾਂ ਦੇ ਨਹੀਂ ਹਨ ਜਦੋਂ ਕੋਈ ਅਸੀਂ ਕਿਸੇ ਹਿਸਟੋਰੀਕਲ ਅਸਥਾਨ ਦੇ ਦਰਸ਼ਨ ਕਰਦੇ ਹਾਂ ਤੇ ਉਹਦੇ ਵਿੱਚੋਂ ਸਾਨੂੰ ਉਹਦੇ ਪਿੱਛੇ ਜੋ ਇਤਿਹਾਸ ਹੈ ਉਹ ਇਤਿਹਾਸ ਨਜ਼ਰ ਆਉਂਦਾ ਹੈ। ਜੀ ਜੀ। ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਚ ਜਦੋਂ ਅਸੀਂ ਸਨਮੁਖ ਖਲੋਨੇ ਹਾਂ ਤੇ ਜੋ ਗੁਰੂ ਸਾਹਿਬਾਨ ਨੇ ਉਸ ਸਮੇਂ ਇਸ ਦੀ ਰਚਨਾ ਕੀਤੀ, ਜ਼ਬਰ ਤੇ ਜ਼ੁਲਮ ਨਾਸ਼ ਕਰਨ ਵਾਸਤੇ, ਸੰਗਤਾਂ ਨੂੰ ਸੇਧ ਦੇਣ ਵਾਸਤੇ, ਪੰਥ ਦੀ ਚੜ੍ਹਦੀ ਕਲਾ ਦੇ ਵਾਸਤੇ ਇੱਥੋਂ ਹੁਕਮਨਾਮੇ ਜਾਰੀ ਕੀਤੇ, ਉਹ ਸਾਰੇ ਸਾਡੇ ਅੱਖਾਂ ਦੇ ਸਾਹਮਣੇ ਆਉਂਦੇ ਨੇ। ਜੀ ਜੀ। ਪਰ ਅਫਸੋਸ ਦੀ ਗੱਲ ਹੈ ਕਿ ਉਹਨਾਂ ਨੇ ਇਸ ਗੱਲ ਦੇ ਉੱਤੇ ਖਿਆਲ ਨਾਲ ਜਿਹੜੇ ਅੱਗੇ ਮਿਸਤਰੀ ਕੰਮ ਕਰਨ ਵਾਲੇ ਸੀ ਉਹਨਾਂ ਨੇ ਉਸ ਨੂੰ ਪਲਸਤਰ ਕਰ ਦਿੱਤਾ, ਜਿਸ ਕਰਕੇ ਦਾਸ ਉਸ ਸਮੇਂ ਕਸ਼ਮੀਰ ਵਿੱਚ ਗਿਆ ਹੋਇਆ ਸੀ। ਦਾਸ ਨੂੰ ਭੁੱਲ ਗਿਆ ਤੇ ਉਸੇ ਵੇਲੇ ਰੁਕਾ ਦਿੱਤਾ, ਕਿਉਂਕਿ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਸੀ, ਉਹਨਾਂ ਦੇ ਕੋਲ ਵੀ ਇਹ ਗੱਲ ਪਹੁੰਚੀ। ਉਹਨਾਂ ਨੇ ਵੀ ਉਸੇ ਵੇਲੇ ਇਸ ਦੇ ਉੱਤੇ ਆਪਣਾ ਜਿਹੜਾ ਪ੍ਰਤੀਕਰਮ ਦਿੱਤਾ ਔਰ ਪੀਏ ਸਾਹਿਬ ਨੂੰ ਭੇਜਿਆ, ਮੈਨੇਜਰ ਨੂੰ ਭੇਜਿਆ, ਮੇਰੇ ਨਾਲ ਸਾਰੀ ਗੱਲਬਾਤ ਕਰਕੇ ਉਹ ਸਾਰਾ ਕੰਮ ਉੱਥੇ ਰੁਕਵਾ ਦਿੱਤਾ ਸੀ ਜੀ। ਔਰ ਉਹ ਜਿਹੜਾ ਗਿੱਲਾ ਪਲਸਤਰ ਸੀ ਉਹ ਲਵਾ ਦਿੱਤਾ ਗਿਆ। ਹੁਣ ਬਿਲਕੁਲ ਉਹ ਬੜਾ ਸਾਹਿਬ ਦੇ ਦਰਸ਼ਨ ਜਿਉਂਦੇ ਤਿਉਂ ਹੁੰਦੇ ਨੇ ਜੀ ਜੀ ਸਿੰਘ ਜੀ। ਉਸੇ ਤਰ੍ਹਾਂ ਹੀ ਸੰਭਾਲ ਕੇ ਰੱਖਿਆ ਜਾਏਗਾ ਜੀ। ਅੱਗੇ ਸਾਡਾ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਹੈ ਜੀ। ਸਾਰ ਸੇਵਾ ਭਾਵੇਂ ਅਸੀਂ ਬਹੁਤ ਆਸਾਨ ਤਿਆਰ ਕਰ ਲੈਂਦੇ ਹਾਂ। ਸਿੰਘ ਸਾਹਿਬ ਜੀ, ਇਹਦੇ ਬਾਰੇ ਮੈਂ ਆਪ ਨਾਲ ਵਿਸਥਾਰ ਸਹਿਤ ਕਰਨਾ ਚਾਹੁੰਦਾ ਕਿ ਬੈਥਲਹੈਮ ਦੇ ਵਿੱਚ ਹੋਰ ਜਗ੍ਹਾ ਦੇ ਉੱਤੇ ਨਿੱਕੀਆਂ ਨਿੱਕੀਆਂ ਲੱਕੜ ਦੀਆਂ ਖੁਰਪੀਆਂ ਦੇ ਨਾਲ ਉਹ ਮਿੱਟੀ ਦਾ ਇੱਕ ਇੱਕ ਕਿਣਕਾ ਸਾਂਭਦੇ ਹਨ। ਵੈਟੀਕਨ ਦੇ ਵਿੱਚ ਵੀ ਦੇਖਿਆ, ਜਿਹੜੀਆਂ ਤਸਵੀਰਾਂ, ਜਿਹੜੀਆਂ ਦੀਵਾਰਾਂ ਦੇ ਉੱਤੇ ਚਿੱਤਰ, ਬੜੇ ਉਹਨੂੰ ਬੜੀ ਕਾਰੀਗਰੀ ਦੇ ਨਾਲ ਔਰ ਬੜੀ ਮਿਹਨਤ ਨਾਲ ਉਹਨੂੰ ਦੁਬਾਰਾ ਰਿਸਟੋਰ ਕੀਤਾ ਜਾਂਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੰਦਰ ਕਮਾਲ ਦੀ ਉਹ ਸਾਰੇ ਗੁਰੂ ਸਾਹਿਬ ਦੀਆਂ ਸਾਖੀਆਂ, ਚਿੱਤਰ, ਗੁਰੂ ਸਾਹਿਬ ਦੀਆਂ ਬਾਣੀ ਦੇ ਕਿੱਤੇ, ਉਹ ਸਾਰਾ ਕੁਝ ਲਿਖੇ ਸੀ। ਖੁਸ਼ਕਿਸਮਤੀ ਨਾਲ ਬਦਕਿਸਮਤੀ ਔਰ ਖੁਸ਼ਕਿਸਮਤੀ, ਬਦਕਿਸਮਤੀ ਕਿ ਉਹ ਸਾਰੇ ਢਾਹ ਢੇਰੀ ਹੋ ਗਏ, ਉਹ ਅਗਨ ਭੇਟ ਹੋ ਗਏ, ਪਰ ਉਹਨਾਂ ਦੀਆਂ ਤਸਵੀਰਾਂ ਕਾਇਮ ਹੈ। ਕਿ ਇਹ ਉਪਰਾਲਾ ਘੱਟੋ ਘੱਟ ਉਸ ਵਿਰਸੇ ਦੇ ਨਾਲ ਦੁਬਾਰਾ ਜੋੜਨ ਲਈ
ਅਸੀਂ ਉਹ ਦੁਬਾਰਾ ਉਹ ਰਿਸਟੋਰ ਕਰਕੇ ਉਹ ਕਿਤੇ ਤੇ ਉਹ ਸਾਰਾ ਕੁਝ ਲਾਈਏ। ਹੁਣ ਪਿੱਛੇ ਜੇ ਮੈਂ ਦੇਖ ਰਿਹਾ, ਆਪ ਜੀ ਨੂੰ ਤੇ ਖੈਰ ਪਤਾ ਹੈ, ਬਾਬਾ ਬਕਾਲਾ ਵਿੱਚ ਬਹੁਤ ਸੋਹਣੇ ਵਾਲ ਮਿਊਰਲਸ ਪੇਂਟਿੰਗ ਸੀ, ਸਾਰਾ ਪਲਸਤਰ ਮਾਰ ਦਿੱਤਾ। ਬੀਬੀ ਭਾਨੀ ਦਾ ਮਿੱਟੀ ਦਾ ਚੁੱਲ੍ਹਾ, ਉਹਦੇ ਉੱਤੇ ਉਹ ਉਹਨਾਂ ਨੇ ਸੰਗਮਰਮਰ ਦਾ ਕਰ ਦਿੱਤਾ। ਪਤਾ ਨਹੀਂ ਕੱਲ ਕੋਈ ਸ਼ਰਧਾਲੂ ਆਏਗਾ ਮਾਈਕ੍ਰੋਵੇਵ ਰੱਖ ਜਾਏਗਾ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹਾਥੀ ਦੰਦ ਦੇ ਪਊਏ ਪਟਨਾ ਸਾਹਿਬ, ਉਹਦੇ ਉੱਤੇ ਸੋਨਾ ਜੜ ਦਿੱਤਾ। ਪਤਾ ਨਹੀਂ ਸਾਡੀ ਸੋਚ ਨੂੰ ਇਹ ਕੀ ਹੋ ਗਿਆ ਹੈ। ਤੇ ਪਰ ਇਹ ਤਾਂ ਇੱਕ ਘਟਨਾ ਹੈ ਜਿਹੜੀ ਆਪ ਦੀ ਮੌਜੂਦਗੀ ਦੇ ਨਾਲ ਆਪ ਨੇ ਉਸ ਦੇ ਉੱਤੇ ਦਖਲ ਦੇ ਕੇ ਇਹ ਕਰਵਾ ਲਿਆ। ਪਰ ਇਸ ਨੂੰ ਪੱਕੇ ਪੈਰੀਂ ਕਰਨ ਲਈ, ਕਿਉਂਕਿ ਸ਼ਰਧਾ ਹੋਣੀ ਹੋਰ ਗੱਲ ਹੈ ਔਰ ਉਸ ਦੀ ਨੌਲੇਜ ਹੋਣੀ ਹੋਰ ਗੱਲ ਹੈ। ਮੈਨੂੰ ਸ਼ਰਧਾ ਹੈ, ਇਹ ਨਹੀਂ ਕਿ ਮੈਨੂੰ ਵੀ ਹਵਾਈ ਜਹਾਜ਼ ਚਲਾਉਣ ਲਈ ਜਾਂ ਗੱਡੀ ਚਲਾਉਣ ਲਈ ਕਹਿ ਦਿੱਤਾ ਜਾਏ ਮੇਰੇ ਮਨ 'ਚ ਸ਼ਰਧਾ ਹੈ। ਸੋ ਜਿਹੜਾ ਬੰਦਾ ਜਿਹੜਾ ਕਾਰ, ਆਪ ਜੀ ਨੇ ਖੁਦ ਦੱਸਿਆ ਇਤਿਹਾਸ ਵਿੱਚ ਹੈ, ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਤੋਂ ਇਲਾਵਾ ਕਿਸੇ ਨੂੰ ਹੱਥ ਨਹੀਂ ਲਾਣ ਦਿੱਤਾ। ਇੱਥੇ ਫਿਰ ਅੱਗੇ ਦੇ ਅੱਗੇ ਹੋਰਾਂ ਨੂੰ ਤੋੜ ਦਿੰਦੇ, ਜਿਹੜਾ ਮਰਜ਼ੀ ਜੋ ਮਰਜ਼ੀ ਕਰੀ ਜਾਏ। ਇਸ ਨੂੰ ਸਿੰਘ ਸਾਹਿਬ ਜੀ ਪੱਕਿਆਂ ਕਰਨ ਲਈ ਕੀ ਕੋਈ ਪੈਨਲ, ਕੋਈ ਐਸੀ ਕਮੇਟੀ, ਕੋਈ ਐਸਾ ਪ੍ਰਬੰਧ ਤਾਂ ਕਿ ਕੋਈ ਵੀ ਇਤਿਹਾਸਕ ਸਥਾਨ ਦੀ ਪੁਰਾਣੀ ਚੀਜ਼ ਦੇ ਉੱਤੇ ਕੈਰੀ ਨਜ਼ਰ ਪਾਉਣ ਤੋਂ ਪਹਿਲੇ ਉਸ ਦੀ ਮਨਜ਼ੂਰੀ ਲਈ ਜਾਏ, ਐਸਾ ਪ੍ਰਬੰਧ ਹੋਣਾ ਚਾਹੀਦਾ। ਤੇ ਕੀ ਆਪ ਜੀ ਕਰਨ ਦਾ ਉਪਰਾਲਾ ਕਰੋਗੇ? ਆਪ ਜੀ ਨੇ ਬਹੁਤ ਵਧੀਆ ਗੱਲ ਕਹੀ ਹੈ। ਸਾਡੀ ਬਦਕਿਸਮਤੀ ਹੈ ਕਿ ਹਿੰਦੁਸਤਾਨ ਦੇ ਵਿੱਚ ਜੀ ਜਿਹੜੀਆਂ ਵੀ ਪੁਰਾਤਨ ਹਿਸਟੋਰੀਕਲ ਪੈਲੇਸ ਨੇ ਜਾਂ ਭਾਵੇਂ ਉਹ ਇਤਿਹਾਸਕ ਨੇ ਜਾਂ ਉਹ ਵੈਸੇ ਪੁਰਾਣੀਆਂ ਬਿਲਡਿੰਗਾਂ ਨੇ, ਉਹਨਾਂ ਦੀ ਸਾਂਭ ਸੰਭਾਲ ਵਾਸਤੇ ਸਰਕਾਰ ਵੱਲੋਂ ਵੀ, ਸੈਂਟਰ ਸਰਕਾਰ ਵੱਲੋਂ ਬਹੁਤ ਵੱਡਾ ਵਿਸਵਾਪਨ ਇਹ ਜ਼ਾਹਰ ਹੁੰਦਾ ਹੈ ਜੋ ਸਾਡੀਆਂ ਅੱਖਾਂ ਦੇ ਸਾਹਮਣੇ ਅੱਜ ਅਸੀਂ ਪੁਰਾਣੇ ਕਿਲੇ ਦੇਖਦੇ ਹਾਂ ਜੀ। ਇਸੇ ਤਰ੍ਹਾਂ ਜੋ ਸਾਡੇ ਇਤਿਹਾਸਕ ਸਥਾਨ ਨੇ, ਇਤਿਹਾਸਕ ਸਥਾਨਾਂ ਦੇ ਵਿੱਚ ਜਿਹੜੀਆਂ ਸਾਡੀਆਂ ਪੁਰਾਤਨ ਵਸਤਾਂ ਨੇ, ਉਹ ਸਾਨੂੰ ਇੱਕ ਬਹੁਤ ਵੱਡਾ ਇਤਿਹਾਸ ਪੇਸ਼ ਕਰਦੀਆਂ ਨੇ ਜੀ। ਅੱਗੇ ਵੀ ਦਾਸ ਨੇ ਕਈ ਜਿਹੜੀਆਂ ਸਟੇਜਾਂ ਦੇ ਵਿੱਚ ਵੀ ਇਹ ਬੇਨਤੀ ਕੀਤੀ ਹੈ ਕਿ ਕਮ ਸੇ ਕਮ ਉਸ ਜਿਹੜੀ ਇਤਿਹਾਸਕ ਵਸਤੂ ਨੂੰ ਸੰਭਾਲ ਕੇ ਉਹਦੀ ਬੁਨਿਆਦ ਬਣਾਉਣ ਵਾਸਤੇ ਸਾਨੂੰ ਉਪਰਾਲਾ ਕਰਨਾ ਚਾਹੀਦਾ, ਨਾ ਕਿ ਉਹਦੀ ਜਗ੍ਹਾ ਤੇ ਉੱਤੇ ਨਵੀਂ ਬਣਾਉਣੀ ਚਾਹੀਦੀ ਹੈ। ਜੀ। ਕੱਲ ਨੂੰ ਅਸੀਂ ਆਪਣੇ ਆਉਣ ਵਾਲੇ ਜਿਹੜੇ ਪਨੀਰੀ ਉਸ ਨੂੰ ਕੀ ਦਿਖਾ ਸਕਾਂਗੇ। ਦਾਸ ਜਦੋਂ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਤੇ ਉੱਥੇ ਸੇਵਾ ਨਿਭਾ ਰਿਹਾ ਸੀ, ਉਸ ਸਮੇਂ ਵੀ ਕਾਰ ਸੇਵਾ ਵਾਲਿਆਂ ਵੱਲੋਂ ਇੱਕ ਵੱਡਾ ਉਪਰਾਲਾ ਕਰਕੇ ਜੋ ਪਵਿੱਤਰ ਵਨ ਸਾਹਿਬ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਘੋੜੇ ਨੂੰ ਬੰਨ੍ਹਿਆ ਸੀ, ਜੀ ਉਸ ਨੂੰ ਪੁੱਟਣ ਦਾ ਯਤਨ ਕੀਤਾ। ਦਾਸ ਤੇ ਪੂਰਾ ਡਟ ਕੇ ਪਹਿਰਾ ਦਿੱਤਾ ਤੇ ਅੱਜ ਵੀ ਸੰਗਤਾਂ ਉਹਦੇ ਦਰਸ਼ਨ ਕਰ ਰਹੀਆਂ ਨੇ ਜੀ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਐਸੇ ਪਵਿੱਤਰ ਦਰਖਤ ਨੇ ਜਿਨ੍ਹਾਂ ਨੂੰ ਅੱਜ ਸਾਡੇ ਤੋਂ ਅੱਖੋਂ ਭੁੱਖੇ ਕਰ ਦਿੱਤਾ, ਵੱਢ ਦਿੱਤਾ ਗਿਆ, ਉਹਨਾਂ ਦੀ ਕਹਾਣੀ ਖਤਮ ਕਰ ਦਿੱਤੀ ਗਈ ਹੈ। ਇਸ ਕਰਕੇ ਅਸੀਂ ਸਿੰਘ ਸਾਹਿਬਾਨਾਂ ਨਾਲ ਵਿਚਾਰ ਕਰਕੇ ਇਹਦੇ ਉੱਤੇ ਜ਼ਰੂਰ ਕੋਈ ਉਪਰਾਲਾ ਕਰਾਂਗੇ ਜੀ। ਜੋ ਹੋ ਗਿਆ, ਪਰ ਆਉਣ ਵਾਲੇ ਸਮੇਂ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਐਸਾ ਨਹੀਂ ਹੋਣ ਦਿੱਤਾ ਜਾਏਗਾ ਜੀ। ਜਿਹੜੀ ਪੁਰਾਤਨਤਾ ਉਸ ਨੂੰ ਕਾਇਮ ਕਰਨ ਦੇ ਵਾਸਤੇ ਵੀ ਉਪਰਾਲੇ ਕੀਤੇ ਜਾਣਗੇ। ਸਿੰਘ ਸਾਹਿਬ, ਆਪ ਦੇ ਲਈ ਅਸੀਂ, ਸਾਡੇ ਕੋਲ ਲਫ਼ਜ਼ ਨਹੀਂ, ਜੇਕਰ ਆਪ ਦੇ ਮੂੰਹੋਂ ਨਿਕਲਿਆ ਇਹ ਬਚਨ ਕਿ ਉਹਨਾਂ ਨੂੰ ਸਾਂਭਿਆ ਜਾਏ। ਸਰਕਾਰ ਦੀ ਗੱਲ ਜੇਕਰ ਕੀਤੀ ਜਾਏ ਉਹ ਤਾਂ ਵੱਖਰੀ ਹੈ। ਜਲਿਆਂਵਾਲਾ ਬਾਗ ਹਰਿਮੰਦਰ ਸਾਹਿਬ ਦੇ ਨਾਲ ਹੈ, ਪਰ ਉੱਥੇ ਪਏ ਹੋਏ ਗੋਲੀਆਂ ਦੇ ਨਿਸ਼ਾਨ ਸਾਂਭ ਕੇ ਰੱਖੇ ਹਨ। ਉਹ ਖੂਹ ਰੱਖਿਆ, ਪਰ ਕਰਤਾਰਪੁਰ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਬਣਾਇਆ ਹੋਇਆ ਖੂਹ, ਉਹਦੇ ਉੱਤੇ ਬੁਰੀ ਤਰ੍ਹਾਂ ਪਲਸਤਰ ਕਰਕੇ ਔਰ ਚਿੱਟਾ ਚੂਨਾ ਫੇਰਿਆ ਹੁੰਦਾ ਹੈ। ਇੰਨੀ ਉਸ ਦੇ ਤੇ ਬੇਦਰਦੀ ਦੇ ਨਾਲ ਹਰਿਮੰਦਰ ਸਾਹਿਬ ਦੇ ਉਹ ਸਾਰੇ ਨਿਸ਼ਾਨ ਗੋਲੀਆਂ ਦੇ, ਸਾਰਾ ਕੁਝ ਜਿਹੜਾ ਸੁੰਦਰੀਕਰਨ ਦੇ ਨਾਂ ਦੇ ਉੱਤੇ ਉਹਨਾਂ ਸਾਰਿਆਂ ਨੂੰ ਮਿਟਾ ਦਿੱਤਾ ਗਿਆ। ਅਸੀਂ ਇੱਕ ਛੋਟਾ ਜਿਹਾ ਵਕਫਾ ਲਵਾਂਗੇ ਔਰ ਅਸੀਂ ਆਪ ਨੂੰ ਚਾਹਾਂਗੇ ਕਿ ਸੰਗਤ ਨੂੰ ਆਪ ਕੀ ਸੁਨੇਹਾ ਦੇਣਾ ਚਾਹੁੰਦੇ ਹੋ, ਉਹ ਕੀ ਕਰ ਸਕਦੀ ਹੈ। ਠੀਕ ਹੈ, ਸ਼ਰਧਾ ਜ਼ਰੂਰ ਹੋਣੀ ਚਾਹੀਦੀ ਹੈ, ਪਰ ਇਸ ਤਰੀਕੇ ਦੇ ਨਾਲ ਇਹ ਜੋ ਬਰਬਾਦੀ ਦਾ ਜੋ ਕੀਤਾ ਜਾ ਰਿਹਾ ਹੈ, ਇਹ ਇੱਕ ਐਸਾ ਨੁਕਸਾਨ ਹੈ, ਆਉਣ ਵਾਲੀਆਂ ਨਸਲਾਂ ਇਹਨੂੰ ਕਦੀ ਮਾफ़ ਨਹੀਂ ਕਰਨਗੀਆਂ। ਤੇ ਇੱਕ ਛੋਟਾ ਜਿਹਾ ਵਕਫਾ ਅਸੀਂ ਲੈਣਾ ਚਾਹਾਂਗੇ ਔਰ ਆਪ ਜੀ ਦਾ ਸੰਦੇਸ਼ ਇਸ ਮਾਮਲੇ ਬਾਰੇ ਲੈ ਕੇ ਫਿਰ ਅਸੀਂ ਸਮਾਪਤ ਕਰਾਂਗੇ ਜੀ। ਆਪ ਲਾਈਨ ਤੇ ਰਹਿਣਾ। ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਮਤੇ, ਗੁਰਮਤੇ ਅਤੇ ਹੁਕਮਨਾਮੇ ਦੇ ਸਰੋਤ ਸ੍ਰੀ ਅਕਾਲ ਤਖਤ ਸਾਹਿਬ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ
ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ। ਸਾਡੇ ਲਈ ਮਾਣ ਦੀ ਗੱਲ ਹੈ ਜਸ ਪੰਜਾਬੀ ਦੇ ਦਰਸ਼ਕਾਂ ਦੇ ਰੂਬਰੂ ਹਨ। ਸਿੰਘ ਸਾਹਿਬ ਜੀ ਦਾਸ ਨੂੰ ਪਿੱਛੇ ਡੈਨਮਾਰਕ ਜਾਣ ਦਾ ਮੌਕਾ ਮਿਲਿਆ ਔਰ ਉੱਥੇ ਦੇਖਿਆ ਇੱਕ ਇਮਾਰਤ ਪੁਰਾਣੀ ਉਹਨਾਂ ਨੇ ਢਾਣੀ ਸੀ, ਪਰ ਜਿਸ ਤਰੀਕੇ ਦੇ ਨਾਲ ਕਿਸੇ ਡਬਲ ਰੋਟੀ ਦਾ ਕਿਸੇ ਤੇਜ਼ ਛੁਰੀ ਦੇ ਨਾਲ ਅੱਗੋਂ ਸਲਾਈਸ ਕੱਟ ਲਿਆ ਜਾਏ, ਅਗਲਾ ਹਿੱਸਾ ਉਹਦਾ ਉਹਨਾਂ ਨੇ ਕੱਟ ਕੇ ਪਿਛਲੀ ਇਮਾਰਤ ਢਾਹ ਕੇ ਨਵੀਂ ਇਮਾਰਤ ਬਣਾ ਰਹੇ ਹੈ, ਪਰ ਅਗਲਾ ਉਹਦਾ ਜਿਹੜਾ ਚਿਹਰਾ ਹੈ ਉਹ ਪੁਰਾਣੀ ਇਮਾਰਤ ਦਾ ਹੈ। ਪਰ ਸਾਡੀ ਸਾਰੀ ਕੁਛ, ਜਿਵੇਂ ਗੁਰੂ ਨਾਨਕ ਸਾਹਿਬ ਨੇ ਜਿਸ ਮਸੀਤ ਵਿੱਚ ਨਮਾਜ਼ ਦਾ ਕੌਤਕ ਕੀਤਾ, ਜਾਂ ਸੀਸਗੰਜ ਸਾਹਿਬ ਦੇ ਵਿੱਚ ਉਹ ਦਰਖਤ ਜਿੱਥੇ ਗੁਰੂ ਸਾਹਿਬ ਦੀ ਸ਼ਹਾਦਤ ਹੋਈ, ਅਸੀਂ ਸਾਰਾ ਕੁਝ ਹਰ ਚੀਜ਼ ਅਸੀਂ ਖੁਦ ਹੀ ਬਰਬਾਦ ਕਰੀ ਜਾ ਰਹੇ ਹਾਂ। ਪਰ ਇਹਦੇ ਪਿੱਛੇ ਕੀ ਕਿਹਾ ਜਾਏ, ਸਾਡੀ ਅਣਗਹਿਲੀ, ਮੂਰਖਤਾ ਜਾਂ ਸਾਜ਼ਿਸ਼, ਇਹਨਾਂ ਤਿੰਨਾਂ 'ਚੋਂ ਕਿਹੜੀ ਚੀਜ਼ ਅਸੀਂ ਕਹਿ ਸਕਦੇ ਹਾਂ? ਤੇ ਨਾਲ ਹੀ ਤੁਸੀਂ ਸੰਗਤ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਉਹ ਕਿਵੇਂ ਸਾਡੇ ਆਗੂਆਂ ਨੂੰ ਮਜਬੂਰ ਕਰ ਦੇਣ ਕਿ ਆਪਣੇ ਵਿਰਸੇ ਨੂੰ ਸਾਂਭਣ? ਉਹ ਕਿਹੜਾ ਤਰੀਕਾ ਵਰਤ ਸਕਦੇ ਹਨ? ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਜਿਸ ਵੀ ਇਲਾਕੇ ਦੇ ਵਿੱਚ ਕੋਈ ਵੀ ਇਤਿਹਾਸਕ ਸਥਾਨ ਹੈ, ਉਸ ਇਲਾਕੇ ਦੀਆਂ ਸੰਗਤਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਉਸ ਨੂੰ ਛੇੜਛਾੜ ਨਾ ਕਰ ਸਕੇ। ਉਹਦੀ ਮਜ਼ਬੂਤੀ ਵਾਸਤੇ, ਜਿਵੇਂ ਆਪ ਦੱਸ ਰਹੇ ਹੋ ਡੈਨਮਾਰਕ ਦੀ ਗੱਲ, ਉਸ ਦਾ ਸਾਨੂੰ ਸੰਭਾਲਣਾ ਚਾਹੀਦਾ ਜੀ। ਪਰ ਅਫਸੋਸ ਦੀ ਗੱਲ ਹੈ ਕਿ ਇੱਕ ਤਾਂ ਸਾਨੂੰ ਇਹਦੇ ਨਾਲ ਕੋਈ ਬਹੁਤਾ ਲਗਾਓ ਨਹੀਂ ਹੈ, ਦੂਸਰਾ ਸਾਨੂੰ ਇਹਦੇ ਇਤਿਹਾਸ ਦੇ ਨਾਲ ਕੋਈ ਬਹੁਤੀ ਸਾਡੀ ਪਕੜ ਨਹੀਂ ਹੈ, ਔਰ ਇਸ ਕਰਕੇ ਅਸੀਂ ਜਿਹੜੀ ਪੁਰਾਤਨਤਾ ਹੈ ਇਸ ਨੂੰ ਕੋਈ ਬਹੁਤੀ ਤਰਜੀਹ ਨਹੀਂ ਦਿੰਦੇ। ਸਾਡਾ ਸੁਭਾਅ ਜਿਹਾ ਬਣਿਆ ਹੋਇਆ ਜੀ, ਪਰ ਪੁਰਾਤਨਤਾ ਹੈ ਉਹ ਰੱਖਣੀ ਬਹੁਤ ਹੀ ਜ਼ਰੂਰੀ ਹੈ ਜੀ, ਤਾਂ ਕਿ ਉਹ ਦੇਸ਼ ਦੀ ਵੀ ਇੱਕ ਬਹੁਤ ਵੱਡੀ ਮਾਣ ਵਾਲੀ ਗੱਲ ਹੁੰਦੀ ਹੈ। ਸੈਲਾਨੀ ਆਣ ਕੇ ਉਸ ਨੂੰ ਦੇਖਦੇ ਨੇ। ਅੱਜ ਐਸੇ ਬਹੁਤ ਸਾਰੀਆਂ ਇਤਿਹਾਸਕ ਇਮਾਰਤਾਂ ਨੇ ਜਿਹੜੀਆਂ ਖੰਡਰ ਬਣ ਚੁੱਕੀਆਂ ਨੇ, ਜਿਨ੍ਹਾਂ ਦੀ ਕੋਈ ਸਾਂਭ ਸੰਭਾਲ ਨਹੀਂ ਹੈਗੀ ਜੀ। ਜਿਸ ਤਰ੍ਹਾਂ ਬਠਿੰਡੇ ਦੇ ਵਿੱਚ ਉਹ ਕਿਲ੍ਹਾ ਮੁਬਾਰਕ ਜੀ। ਸਿੰਘ ਸਾਹਿਬ ਜੀ, ਸਾਡੀ ਕੋਸ਼ਿਸ਼ ਹੈ ਜੇ ਸਟੂਡੀਓ ਵੱਲੋਂ ਉਹ ਤਸਵੀਰਾਂ ਦਿਖਾਈਆਂ ਜਾ ਸਕਣ। ਕਰਨ ਪਾਏ ਉੱਥੇ ਸਰਗੁਰੂ ਪਾਤਸ਼ਾਹ ਨੇ ਜਿਹੜੇ ਕੌਤਕ ਕੀਤੇ ਜੀ। ਅੱਜ ਉਸ ਕਿਲ੍ਹੇ ਦੇ ਵੀ ਥੋੜੇ ਜਿਹੇ ਹਿੱਸੇ ਨੂੰ ਸੰਭਾਲਿਆ, ਬਾਕੀ ਸਾਰਾ ਢਹਿ ਢੇਰੀ ਹੋ ਰਿਹਾ। ਇਸੇ ਤੋਂ ਹੋਰ ਵੀ ਬਹੁਤ ਸਾਰੇ ਐਸੇ ਸਥਾਨ ਨੇ ਜਿੱਥੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੂੰ ਕੈਦ ਰੱਖਿਆ ਗਿਆ ਸੀ ਸੁਲਤਾਨਪੁਰ ਦੇ ਵਿੱਚ, ਉਹਦੀ ਵੀ ਸੰਭਾਲ ਨਹੀਂ ਕੀਤੀ ਗਈ। ਇਸੇ ਤਰ੍ਹਾਂ ਹੀ ਸ੍ਰੀ ਦਰਬਾਰ ਸਾਹਿਬ ਦੇ ਵਿਖੇ ਔਰ ਗੁਰਦੁਆਰਾ ਸ਼ਹੀਦਾਂ ਸਾਹਿਬ ਸੀ ਜਿੱਥੇ 40 ਮੁਕਤਿਆਂ ਦਾ ਸੰਸਕਾਰ ਕੀਤਾ ਗਿਆ ਸੀ ਜੀ। ਸੰਤ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੇ ਸੱਚਖੰਡ ਵਾਸਤੇ ਹੋ ਗਏ ਨੇ ਜੀ। ਉਹਨਾਂ ਨੇ ਦਾਸ ਦੀ ਬੇਨਤੀ ਪ੍ਰਵਾਨ ਕਰਕੇ ਉਹ ਅੰਗੀਠਾ ਸ਼ਹੀਦਾਂ ਦਾ ਜੀ ਉਸੇ ਤਰ੍ਹਾਂ ਸੰਭਾਲ ਕੇ ਜੋ ਦਾ ਤਿਉ ਰੱਖ ਕੇ ਉਹਦੇ ਉੱਤੇ ਖੜਾ ਬਣਾ ਕੇ ਫਿਰ ਉਸ ਅਸਥਾਨ ਦੀ ਉਸਾਰੀ ਕੀਤੀ ਗਈ ਜੀ। ਇਸ ਤਰ੍ਹਾਂ ਸਾਨੂੰ ਹਰ ਇੱਕ ਵਸਤੂ ਨੂੰ ਸੰਭਾਲਣ ਦੀ ਬਹੁਤ ਵੱਡੀ ਜ਼ਰੂਰਤ ਹੈ ਜੀ। ਠੀਕ ਹੈ, ਸੁੰਦਰ ਬਿਲਡਿੰਗਾਂ ਚਾਹੀਦੀਆਂ ਨੇ ਜੀ, ਪਰ ਉਹਨਾਂ ਬਿਲਡਿੰਗਾਂ ਦੀ ਅਹਿਮੀਅਤ ਤਾਂ ਹੈ ਜੇ ਉਹ ਬਿਲਡਿੰਗ ਦਾ ਇਤਿਹਾਸ ਨਾਲ ਉਹਦੇ ਕਾਇਮ ਹੋਵੇ, ਉਹਦੀ ਪੁਰਾਤਨਤਾ ਕਾਇਮ ਹੋਵੇ ਕਿ ਕਿੰਨਾ ਉਹ ਪੁਰਾਣਾ ਹੈ ਜੀ। ਇਸੇ ਤਰ੍ਹਾਂ ਹੋਰ ਵੀ ਅਨੇਕਾਂ ਐਸੇ ਸਥਾਨ ਨੇ ਕਿ ਤਾਂ ਹੀ ਅਸੀਂ ਸੰਭਾਲ ਕਰ ਸਕਦੇ ਹਾਂ ਕਿ ਅਸੀਂ ਆਪਣੀ ਜ਼ਿੰਮੇਵਾਰੀ ਸਮਝੀਏ, ਔਰ ਜੋ ਵੀ ਉੱਥੇ ਕੋਈ ਸੇਵਾ ਆਦਿ ਚੱਲਦੀ ਹੈ ਉਹ ਸੇਵਾ ਹੋਣੀ ਚਾਹੀਦੀ ਹੈ, ਪਰ ਉਹ ਸੇਵਾ ਢੰਗ ਤਰੀਕੇ ਦੇ ਨਾਲ ਹੋਣੀ ਚਾਹੀਦੀ ਹੈ ਜੀ, ਨਾ ਕਿ ਉਹਦਾ ਇਤਿਹਾਸ ਮਿਟਾ ਦੇਣਾ ਚਾਹੀਦਾ ਹੈ। ਠੀਕ ਹੈ, ਇਸ ਕਰਕੇ ਸਾਨੂੰ ਸੰਗਤਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਜੀ। ਬਾਕੀ ਜੋ ਵਿਦੇਸ਼ ਦੇ ਵਿੱਚ ਵੀ ਸੰਗਤਾਂ ਨੇ, ਜਿਸ ਤਰ੍ਹਾਂ ਇੰਗਲੈਂਡ ਦੇ ਵਿੱਚ ਹੈ, ਇੰਗਲੈਂਡ ਦੇ ਵਿੱਚ ਸਾਡੇ ਬਹੁਤ ਸਾਰੇ ਇਤਿਹਾਸਕ ਸ਼ਾਸਤਰ ਨੇ ਜੀ। ਇਹ ਨਹੀਂ ਕਿ ਅਸੀਂ ਇੱਥੇ ਪੰਜਾਬ ਵਿੱਚ ਇੰਡੀਆ ਚ ਲਿਆਉਣੇ ਚਾਹੀਦੇ, ਨਹੀਂ, ਉੱਥੇ ਸੰਗਤਾਂ ਨੂੰ ਉਪਰਾਲਾ ਕਰਕੇ ਇੱਕ ਅਜਾਇਬ ਘਰ ਬਣਾਉਣਾ ਚਾਹੀਦਾ। ਉਸ ਅਜਾਇਬ ਘਰ ਦੇ ਵਿੱਚ ਇੰਗਲੈਂਡ ਦੇ ਵਿੱਚ ਹੀ ਉਹ ਸ਼ਾਸਤਰ ਜਿਹੜੇ ਰੱਖੇ ਜਾਣ ਤਾਂ ਕਿ ਸੰਗਤਾਂ ਉੱਥੋਂ ਦੀਆਂ ਦਰਸ਼ਨ ਕਰਨ, ਸਾਡਾ ਇਤਿਹਾਸ ਵੀ ਸਾਂਭਿਆ ਰਹੇ। ਠੀਕ ਹੈ, ਜਿੱਥੇ ਜਿੱਥੇ ਵੀ ਕੋਈ ਇਸ ਤਰ੍ਹਾਂ ਦੀ ਸਾਡੀ ਅਣਮੁੱਲੀ ਇਤਿਹਾਸਕ ਵਸਤੂ ਹੈ ਉਹਨੂੰ ਸੰਭਾਲਣ ਦੀ ਬਹੁਤ ਜ਼ਰੂਰਤ ਹੈ ਜੀ। ਅੱਜ ਬਹੁਤ ਸਾਰੇ ਪੁਰਾਤਨ ਸ਼ਹਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਸਰੂਪ ਵੀ ਨੇ ਜੀ, ਜਿਹੜੇ ਅਣਦੇਖੀ ਕਾਰਨ ਅਨੇਕਾਂ ਥਾਵਾਂ ਦੇ ਉੱਤੇ ਪਏ ਹੋਏ ਨੇ ਜੀ। ਉਹਨਾਂ ਦੀ ਵੀ ਸਾਨੂੰ ਜਿਹੜੀ ਇਤਲਾਹ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਭੇਜਣੀ ਚਾਹੀਦੀ ਹੈ ਤਾਂ ਕਿ ਉਹਨਾਂ ਨੂੰ ਵੀ ਸੰਭਾਲਣ ਦੇ ਵਾਸਤੇ ਅਸੀਂ ਉਹਨਾਂ ਨਾਲ ਵੀ ਸੰਪਰਕ
ਪੈਦਾ ਕਰ ਸਕੇ। ਜੀ 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 ਇਸ ਲਈ ਇਹ ਸਮੁੱਚੀ ਸੰਗਤ ਨੇ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਜੀ ਇਹਦੇ ਵਿੱਚ ਜਦੋਂ ਅੱਗੇ ਆ ਕੇ ਆਪਣਾ ਫਰਜ਼ ਨਿਭਾਉਣਾ ਹੈ, ਤੇ ਮੇਰੀ ਉਮੀਦ ਹੈ ਕਿ ਅਸੀਂ ਇਸ ਬਹੁਤ ਸਾਰੇ ਇਤਿਹਾਸ ਨੂੰ ਜੀ ਸਾਂਭ ਸਕਾਂਗੇ। ਆਸ ਹੈ ਆਪ ਜੀ ਆਪਣੇ ਇਸ ਜਿਹੜੇ ਆਪ ਦੇ ਵਿਚਾਰ ਹੈ, ਜੋ ਆਪ ਜੀ ਕਹਿ ਰਹੇ ਹੋ, ਇਹ ਆਪ ਦਾ ਹੁਕਮ ਬਾਕਾਇਦਾ ਸ੍ਰੀ ਅਕਾਲ ਤਖਤ ਸਾਹਿਬ ਦੀ ਮੋਹਰ ਔਰ ਆਪ ਦੇ ਦਸਤਖਤਾਂ ਥੱਲੇ ਜਾਰੀ ਹੋਏ, ਤਾਂ ਕਿ ਇਹ ਸਾਡੇ ਦੇ ਉੱਤੇ ਇਹ ਲਾਗੂ ਹੋ ਸਕੇ। ਆਪ ਜੀ ਦਾ ਸਮੇਂ ਇਸ ਸਮਾਂ ਦੇਣ ਲਈ ਔਰ ਜਸ ਪੰਜਾਬੀ ਵੱਲੋਂ, ਪਰਿਵਾਰ ਵੱਲੋਂ, ਦਰਸ਼ਕਾਂ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੇ ਦਰਸ਼ਕੋ, ਸਮਾਂ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ। ਉਹਦੇ ਬਾਅਦ ਸਮੇਂ ਦੀ ਘਾਟ ਤਾਂ ਹੈ, ਪਰ ਆਪ ਜੀ ਦੇ ਨਾਲ ਰੂਬਰੂ ਹੋਵਾਂਗੇ। ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਮਤੇ ਗੁਰਮਤੇ ਅਤੇ ਹੁਕਮਨਾਮੇ ਪ੍ਰੋਗਰਾਮ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਉਸ ਪਾਵਨ ਥੜਾ ਸਾਹਿਬ, ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨੇ ਖੁਦ ਤਾਮੀਰ ਕਰਵਾਇਆ ਸੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਨੇ ਜਿਸ ਨੂੰ ਹੱਥੀਂ ਤਿਆਰ ਕੀਤਾ, ਉਸ ਨੂੰ ਜੋ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਹੋਈ ਔਰ ਜਿਸ ਨੂੰ ਅਜੇ ਰੋਕ ਦਿੱਤਾ ਗਿਆ, ਤੇ ਉਸ ਦੇ ਬਾਰੇ ਸਿੰਘ ਸਾਹਿਬ ਜਥੇਦਾਰ ਗੁਰਬਚਨ ਸਿੰਘ ਜੀ ਆਪ ਨਾਲ ਰੂਬਰੂ ਸਨ। ਅਸੀਂ ਆਪ ਨੂੰ ਜੋ ਤਸਵੀਰਾਂ ਦਿਖਾਈਆਂ ਸ੍ਰੀ ਅਕਾਲ ਤਖਤ ਸਾਹਿਬ ਦੀ ਨਵੀਂ ਔਰ ਪੁਰਾਣੀ ਇਮਾਰਤ, ਉਹ ਦੋਨੋਂ ਦਿਖਾਈਆਂ ਕਿਸ ਤਰੀਕੇ ਦੇ ਨਾਲ ਉਸ ਦੀ ਬੁਲੰਦੀ ਘਟਾਉਣ ਲਈ ਉਸ ਦੀ ਚੌੜਾਈ ਵਧਾ ਦਿੱਤੀ ਗਈ। ਇਸ ਦੇ ਨਾਲ ਹੀ ਅੰਦਰ ਦੀਆਂ ਉਹ ਚਿੱਤਰ ਜਿਹੜੇ ਪੁਰਾਣੀ ਇਮਾਰਤ ਵਿੱਚ ਸਨ, ਉਹ ਅਸੀਂ ਆਪ ਜੀ ਨੂੰ ਦਿਖਾਏ। ਸੋ ਥੋੜ੍ਹਾ ਜਿਹਾ ਸਮਾਂ ਹੈ, ਆਪ ਦੀਆਂ ਇੱਕ ਦੋ ਕਾਲਸ ਲੈ ਕੇ ਆਪ ਤੋਂ ਇਜਾਜ਼ਤ ਲਵਾਂਗੇ। ਹੈਲੋ 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 ਹੈਲੋ। ਸੋ ਕਾਲਸ ਦੇ ਵਿੱਚ ਸ਼ਾਇਦ ਕੁਛ ਦਿੱਕਤ ਆ ਰਹੀ ਹੈ। ਹੈਲੋ ਸੋ ਇਹ ਬਹੁਤ ਹੀ ਗੰਭੀਰ ਮਸਲਾ ਸੀ, ਜਿਹੜਾ ਵਿਰਸੇ ਨੂੰ, ਵਿਰਾਸਤ ਨੂੰ ਸਾਂਭਣਾ। ਪਰ ਬੜੀ ਤਸੱਲੀ ਦੀ ਗੱਲ ਹੈ, ਸਿੰਘ ਸਾਹਿਬ ਨੇ ਬਹੁਤ ਹੀ ਸਾਫ਼ ਗੋਈ ਦੇ ਨਾਲ ਉਹ ਸਾਰੀਆਂ ਗੱਲਾਂ ਕਹੀਆਂ, ਉਹ ਸਾਰਾ ਕੁਝ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਅਸੀਂ ਖੁਦ ਆਪਣੇ ਹੀ ਵਿਰਸੇ ਨੂੰ ਆਪਣੇ ਹੱਥੀਂ ਅਸੀਂ ਬਰਬਾਦ ਕਰਨ ਦੀ ਜੋ ਹੈ ਉਸ 'ਤੇ ਅਸੀਂ ਭਾਗੀ ਬਣੇ ਹਾਂ। ਪਰ ਫਿਰ ਵੀ ਜਿਵੇਂ ਉਹਨਾਂ ਨੇ ਯਕੀਨ ਦਿਵਾਇਆ ਹੈ ਕਿ ਉਸ ਲਈ ਜ਼ਰੂਰ ਆਦੇਸ਼ ਵੀ ਦੇਣਗੇ ਔਰ ਉਸ ਦੇ ਲਈ ਕੋਈ ਕਾਰਵਾਈ ਵੀ ਕਰਨਗੇ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ ਰਾਮਾ ਸਾਹਿਬ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਮੈਂ ਗੁਰਮੇਲ ਬੋਲਦਾ ਜੀ, ਫਿਲਾਡੈਲਫੀਆ ਤੋਂ। ਜੀ ਵੀਰ ਜੀ, ਗੁਰਮੇਲ ਜੀ। ਮੈਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀ। ਮੈਂ ਇੰਡੀਆ ਵੀ ਕਾਫੀ ਦਰਸ਼ਨ ਕੀਤੇ ਨੇ ਗੁਰੂ ਘਰਾਂ ਦੇ ਜੀ। ਇਹ ਜਿਹੜੀ ਨਾ ਕਾਲ ਸੇਵਾ, ਮੈਂ ਇਹਨੂੰ ਕਾਲ ਸੇਵਾ ਨਹੀਂ, ਮੈਂ ਇਹਨੂੰ ਵਿਕਾਸ ਸੇਵਾ ਸਮਝਦਾ ਹਾਂ। ਜੀ ਜੀ। ਜਿੰਨਾ ਸਾਡਾ ਇਤਿਹਾਸ ਹੈ ਵਿਕਾਸ ਸੇਵਾ ਦਾ ਸੰਤਾਂ ਨੇ ਗਵਾਇਆ ਨੇ, ਨਾ ਕਿਸੇ ਹੋਰ ਨੇ ਨਹੀਂ ਗਵਾਇਆ ਜੀ। ਇਹ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਕੋਈ ਚੰਗੀ ਤਰ੍ਹਾਂ ਨੂੰ ਪਕੜ ਪਾਵੇ, ਇਹਨਾਂ ਨੂੰ ਰੋਕਿਆ ਜਾਵੇ ਜੀ, ਤਾਂ ਕਿ ਸਾਡਾ ਜਿਹੜਾ ਇਤਿਹਾਸ ਮਾੜਾ ਮੋਟਾ ਜੋ ਬਚਿਆ ਉਹ ਬਚ ਜਾਵੇ, ਨਹੀਂ ਤਾਂ ਇਹ ਵੀ ਨਹੀਂ ਰਹਿਣਾ। ਬਿਲਕੁਲ ਬਹੁਤ ਤੁਹਾਡੇ ਨਾਲ ਇਸੇ ਲਈ ਤੇ ਪ੍ਰੋਗਰਾਮ ਕਰ ਰਹੇ ਹਾਂ, ਨਹੀਂ ਤੇ ਹੋਰ ਕੋਈ ਕਾਰਨ ਨਹੀਂ ਸੀ। ਬਹੁਤ ਸਭ ਨੂੰ ਚਾਹੀਦਾ ਜਿਹੜਾ ਚੰਗੀ ਤਰ੍ਹਾਂ ਹੁਣ ਇਹ ਆਪਸ ਵਿੱਚ ਲੜੀ ਜਾਂਦੇ, ਇਹਨਾਂ ਨੇ ਕਰਨਾ ਕਰਾਉਣਾ ਕੁਝ ਨਹੀਂ ਹੈ। ਅਸੀਂ ਤਾਂ ਮਾੜੇ ਮੋਟੇ ਬਿਆਨ ਦੇ ਕੇ ਚੁੱਪ ਕਰ ਜਾਣਾ, ਕਰਨਾ ਕੋਈ ਨਾ ਕਰ। ਚਲੋ ਅਸੀਂ ਹੁਣ ਤੇ ਉਹਨਾਂ ਨੇ ਕਿਹਾ ਆਸ ਕੀਤੀ ਜਾਏ ਕਿ ਲਾਗੂ ਹੋਏ। ਚਲੋ ਅਸੀਂ ਹੋਰ ਇੱਕ ਕਾਲ ਲੈ ਕੇ ਸਮਾਪਤ ਕਰਾਂਗੇ। ਹਾਂਜੀ ਹੈਲੋ। ਸਤਿ ਸ਼੍ਰੀ ਅਕਾਲ। ਤੁਸੀਂ ਟੀਵੀ ਦੀ ਆਵਾਜ਼ ਘੱਟ ਕਰੋਗੇ ਜੀ? ਸਤਿ ਸ਼੍ਰੀ ਅਕਾਲ ਜੀ ਲਾਂਬਾ ਸਾਹਿਬ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ ਜੀ? ਮੈਂ ਜੀ ਸਨੀ ਵੇਲ ਤੋਂ ਆਪਣੇ ਸੈਨਵੋਜ ਤੋਂ ਬੋਲਦਾ, ਮੀਤ ਸਿੰਘ। ਮਤਲਬ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਲੱਗਾ। ਅੱਗੇ ਵੀ ਇਸ ਤਰ੍ਹਾਂ ਤੁਸੀਂ ਪ੍ਰੋਗਰਾਮ ਦਿੱਤਾ ਸੀ, ਲੇਕਿਨ ਕਾਫੀ ਮੇਰੇ ਖਿਆਲ ਸਾਲ ਬਾਅਦ ਹੀ ਤੁਹਾਡੇ ਦਰਸ਼ਨ ਕੀਤੇ ਆ। ਅੱਛਾ ਜੀ। ਤੇ ਤੁਸੀਂ ਇਦਾਂ ਹੀ ਜਾਣੂ ਕਰਾਉਂਦੇ ਰਹੋ ਸਾਰਿਆਂ ਨੂੰ ਇਹਨਾਂ ਪ੍ਰੋਗਰਾਮਾਂ ਤੋਂ ਔਰ ਉੱਥੋਂ ਦੇ ਸਾਡੇ ਇਤਿਹਾਸ ਤੋਂ। ਤੁਹਾਡੀ ਬਹੁਤ ਵੱਡੀ ਘਾਲਣਾ ਹੈ। ਤੇ ਤੁਸੀਂ ਇੱਥੇ ਆਏ ਹੋ, ਨਿਊਯਾਰਕ ਆਏ ਹੋ? ਮੈਂ ਤੇ ਸਾਲ ਹੋ ਗਏ ਤੇ ਰੋਜ਼ ਪ੍ਰੋਗਰਾਮ ਦਿੰਦਾ, ਸ਼ਾਇਦ ਤੁਸੀਂ ਨਹੀਂ ਦੇਖਿਆ। ਬੜੀ ਮਿਹਰਬਾਨੀ। ਫਿਰ ਵੀ ਬਹੁਤ ਸਾਲ ਬਾਅਦ ਹੀ ਦਰਸ਼ਨ ਕੀਤੇ ਆ। ਬਹੁਤ ਬਹੁਤ ਧੰਨਵਾਦ। ਧੰਨਵਾਦ। ਮੈਂ ਇੱਕੋ ਸੁਨੇਹਾ ਦੇਣਾ ਕਿ ਹਰ ਜਿਹੜਾ ਗੁਰੂ ਨਾਨਕ ਨਾਮ ਲੇਵਾ ਹੈ ਨਾ ਜੀ, ਉਹਨੂੰ ਸਵੇਰੇ ਉੱਠ ਕੇ ਜ਼ਰੂਰ ਅਰਦਾਸ ਕਰਨੀ ਚਾਹੀਦੀ ਆ ਕਿ ਸਾਡੇ
ਜਿੰਨਾ ਸਾਡਾ ਮਤਲਬ ਕਿ ਸਿੱਖ ਵਿਰਸਾ ਠੀਕ ਠੀਕ ਹੈ ਔਰ ਪੰਜਾਬੀ ਔਰ ਪੰਜਾਬੀਅਤ ਵਾਸਤੇ ਠੀਕ ਹਰ ਹੈ ਇੱਕ ਗੁਰੂ ਨਾਨਕ ਦੇ ਚਰਨਾਂ 'ਚ ਸਿਰਫ ਅਰਦਾਸ ਠੀਕ ਹੈ ਬਸ ਮੇਰਾ ਇਹੋ ਹੈ। ਚਲੋ ਬਹੁਤ ਸਰਬੱਤ ਦੇ ਭਲੇ ਦੀ ਅਸੀਂ ਸਾਰੇ ਅਰਦਾਸ ਕਰਦੇ ਹਾਂ। ਸਾਨੂੰ ਥੋੜ੍ਹਾ ਜਿਹਾ ਅਫਸੋਸ ਹੈ ਅਸੀਂ ਕਾਲਸ ਹੋਰ ਨਹੀਂ ਲੈ ਸਕਾਂਗੇ, ਸਮੇਂ ਦੀ ਮਜਬੂਰੀ ਹੈ, ਪਰ ਅਸੀਂ ਫਿਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਔਰ ਇਸ ਦੇ ਉੱਤੇ ਅਸੀਂ ਆਪ ਨਾਲ ਗੱਲਬਾਤ ਕਰਦੇ ਰਹਾਂਗੇ। ਤੁਸੀਂ ਸਾਨੂੰ ਈਮੇਲ ਜ਼ਰੂਰ ਕਰੋ ਇਸ ਮੁੱਦੇ 'ਤੇ ਜਾਂ ਹੋਰ ਜਿਸ ਗੱਲ ਦੇ ਉੱਤੇ ਤੁਸੀਂ ਕਰਨਾ ਚਾਹੋ, ਕਿਉਂਕਿ ਇਹ ਕੌਮੀ ਮਸਲੇ ਹਨ। ਸਾਡਾ ਈਮੇਲ ਦਾ ਪਤਾ ਹੈ lamba@justpunjabi.com ਜਾਂ info@justpunjabi.com। ਅਸੀਂ ਤੁਹਾਡੀ ਈਮੇਲਸ ਦਾ ਇੰਤਜ਼ਾਰ ਕਰਾਂਗੇ। ਅਗਲੇ ਮੰਗਲਵਾਰ ਨੂੰ ਈਸਟਰਨ ਟਾਈਮ 8:30 ਵਜੇ ਇੱਕ ਹੋਰ ਪ੍ਰੋਗਰਾਮ ਲੈ ਕੇ ਮਤੇ ਗੁਰਮਤੇ ਅਤੇ ਹੁਕਮਨਾਮੇ ਮੁੜ ਹਾਜ਼ਰ ਹੋਵਾਂਗੇ। ਤਦ ਤੱਕ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।